ਅੱਜ ਆਪਾਂ ਗੱਲ ਕਰਾਂਗੇ ਪੈਸੇ ਬਾਰੇ। ਪੈਸਾ ਕਮਾਉਣਾ ਕਿੰਨਾ ਜ਼ਿਆਦਾ ਮੁਸ਼ਕਲ ਹੈ ਇਹ ਸਭ ਨੂੰ ਪਤਾ ਹੈ, ਪਰ ਪੈਸੇ ਦੀ ਕਦਰ ਉਹੀ ਜਾਣਦਾ ਹੈ ਜਿਸ ਨੇ ਗਰੀਬੀ ਦੇਖੀ ਤੇ ਹੰਢਾਈ ਹੋਵੇ। ਨਹੀਂ ਤਾਂ ਜਨਮ ਤੋਂ ਹੀ ਅਮੀਰਜ਼ਾਦੇ ਪੈਸੇ ਦੀ ਕਦਰ ਨਹੀਂ ਜਾਣਦੇ, ਪੈਸੇ ਨੂੰ ਪਾਣੀ ਵਾਂਗ ਬਹਾ ਦਿੰਦੇ ਨੇ। ਵਿਆਹ ਆਇਆ ਤੇ ਵਿਆਹ ਦੇ ਵਿੱਚ ਲੱਖਾਂ ਰੁਪਇਆ ਨੱਚਦੀਆਂ ਦੇ ਉੱਤੇ ਵਾਰ ਦਿੰਦੇ ਨੇ। ਇੱਕ ਪਾਸੇ ਪੈਸੇ ਨੂੰ ਲక్ష్ਮੀ ਮੰਨ ਕੇ ਮੱਥਾ ਟੇਕਿਆ ਜਾਂਦਾ ਹੈ ਤੇ ਦੂਜੇ ਪਾਸੇ ਇਸ ਪੈਸੇ ਨੂੰ ਵਾਰ ਕੇ ਪੈਰਾਂ ਦੇ ਵਿੱਚ ਰੋਲਿਆ ਜਾਂਦਾ ਹੈ। ਦੁਨੀਆ ਦੀ ਇਹ ਰੀਤ ਸਮਝ ਤੋਂ ਬਾਹਰ ਹੈ। ਚਲੋ ਇਹ ਗੱਲ ਤਾਂ ਅਲੱਗ ਹੈ, ਪਰ ਜੇਕਰ ਕੋਈ ਜਾਣ ਬੁੱਝ ਕੇ 100 ਨਹੀਂ 1000 ਨਹੀਂ ਸਗੋਂ ਲੱਖਾਂ ਰੁਪਇਆ ਸੜਕਾਂ ਦੇ ਉੱਤੇ ਖਿਲਾਰਦਾ ਤਾਂ ਤੁਸੀਂ ਉਸ ਇਨਸਾਨ ਬਾਰੇ ਕੀ ਸੋਚੋਗੇ? ਅਜਿਹਾ ਕੋਈ ਸੁਪਨਾ ਨਹੀਂ, ਹਕੀਕਤ ਹੈ। ਉਹ ਵੀ ਪੰਜਾਬ ਦੇ, ਜਿੱਥੇ ਲੁਧਿਆਣੇ ਸ਼ਹਿਰ ਦੀ ਸੜਕਾਂ ਉੱਤੇ ਦਿਨ ਦਿਹਾੜੇ ਇੱਕ ਬਿਜ਼ਨਸਮੈਨ ਦੇ ਵੱਲੋਂ ਕਰੋੜਾਂ ਰੁਪਇਆ ਖਿਲਾਰ ਦਿੱਤਾ ਗਿਆ। ਤੁਹਾਡੇ ਕੰਨ ਬਿਲਕੁਲ ਸਹੀ ਸੁਣ ਰਹੇ ਨੇ। ਕਰੋੜਾਂ ਰੁਪਇਆ ਇਸ ਪੈਸੇ ਨੂੰ ਬਹਾਉਣ ਦੇ ਪਿੱਛੇ ਕਾਰਨ ਜਾਣ ਕੇ ਤੁਸੀਂ ਵੀ ਹੱਥ ਮਲਦੇ ਰਹਿ ਜਾਓਗੇ। ਮਨ ਹੀ ਮਨ ਦੇ ਅੰਦਰ ਉਸ ਆਦਮੀ ਨੂੰ ਪਾਗਲ ਆਖੋਗੇ। ਲੁਧਿਆਣੇ ਦੇ ਵਿੱਚ ਹੀ ਰਹਿਣ ਵਾਲਾ ਸੁਨੀਲ ਅਰੋੜਾ ਕੱਪੜੇ ਦਾ ਵੱਡਾ ਵਪਾਰੀ ਸੀ। ਸ਼ਹਿਰ ਦੀ ਕਾਫੀ ਵੱਡੀ ਹਸਤੀ ਹੈ। ਪਰਿਵਾਰ ਦੇ ਵਿੱਚ ਉਹ 4 ਭਰਾ ਹਨ ਤੇ ਉਹਨਾਂ ਦਾ ਬਿਜ਼ਨਸ ਕਾਫੀ ਵਧੀਆ ਚੱਲ ਰਿਹਾ ਹੈ। ਅਰਬਾਪਤੀ ਸਾਮੀਆਂ ਦੇ ਵਿੱਚ ਗਿਣੇ ਜਾਂਦੇ ਨੇ, ਪਰ ਸੁਨੀਲ ਦਾ ਸੁਭਾਅ ਆਪਣੇ ਭਰਾਵਾਂ ਨਾਲੋਂ ਵੱਖਰਾ ਹੈ। ਇਸੇ ਸੁਭਾਅ ਕਰਕੇ ਉਸਦੇ ਭਰਾਵਾਂ ਨੇ ਉਸ ਨੂੰ ਬਿਜ਼ਨਸ ਤੋਂ ਅਲੱਗ ਕਰ ਦਿੱਤਾ। ਸੁਭਾਅ ਦਾ ਮਾੜਾ ਨਹੀਂ ਸੀ, ਪਰ ਉਸ ਦੀਆਂ ਹਰਕਤਾਂ ਜਾਣ ਕੇ ਤੁਸੀਂ ਵੀ ਸੋਚਣ ਨੂੰ ਮਜਬੂਰ ਹੋ ਜਾਵੋਗੇ ਕਿ ਇਹ ਬੰਦਾ ਇੰਜ ਕਿਵੇਂ ਕਰ ਸਕਦਾ ਹੈ। ਕੁਝ ਕਾਰਨਾਂ ਕਰਕੇ ਉਹ ਪਖੰਡੀ ਬਾਬਿਆਂ ਦੇ ਚੱਕਰਾਂ ਦੇ ਵਿੱਚ ਫਸ ਚੁੱਕਿਆ ਸੀ। ਪਹਿਲਾਂ ਤਾਂ ਉਹ ਆਪਣੇ ਬਿਜ਼ਨਸ ਦੇ ਖਾਤਰ ਬਾਬਿਆਂ ਦੇ ਚੱਕਰ ਲਗਾਉਂਦਾ ਸੀ। ਬਾਬੇ ਦੀ ਚੰਗੀ ਕਿਸਮਤ ਕਹਿ ਸਕਦੇ ਹਾਂ ਕਿ ਕੋਈ ਟੋਟਕਾ ਕੰਮ ਕਰ ਗਿਆ ਤੇ ਸੁਨੀਲ ਦਾ ਬਿਜ਼ਨਸ ਦੇ ਵਿੱਚ ਲਾਭ ਹੋ ਗਿਆ। ਹੌਲੀ-ਹੌਲੀ ਬਿਜ਼ਨਸ ਵਧਦਾ ਚਲਾ ਗਿਆ ਤੇ ਉਹ ਦਿਨ ਆ ਗਿਆ ਸੁਨੀਲ ਬਾਬੇ ਦਾ ਮੁਰੀਦ ਹੋ ਗਿਆ। ਸਮੇਂ ਦੇ ਨਾਲ-ਨਾਲ ਉਸਦੇ ਹਰ ਕੰਮ ਵੀ ਬਣਦੇ ਗਏ ਤੇ ਉਸਦਾ ਵਿਸ਼ਵਾਸ ਵੀ ਉਸ ਬਾਬੇ ਦੇ ਉੱਤੇ ਪੱਕਾ ਹੁੰਦਾ ਗਿਆ। ਫਿਰ ਸੁਨੀਲ ਦਾ ਵਿਆਹ ਨਹੀਂ ਹੋ ਰਿਹਾ ਸੀ। ਬਾਬੇ ਨੇ ਕਹਿ ਦਿੱਤਾ ਕਿ ਤੇਰਾ ਵਿਆਹ ਕਦੇ ਨਹੀਂ ਹੋਣਾ। ਇਹ ਗੱਲ ਸੁਨੀਲ ਆਪਣੇ ਦਿਲ ਦੇ ਵਿੱਚ ਲੈ ਬੈਠਾ ਤੇ ਉਸਨੇ ਆਪਣੇ ਵਿਆਹ ਦੀ ਉਮੀਦ ਹੀ ਛੱਡ ਦਿੱਤੀ। ਉਸ ਨੂੰ ਵਿਸ਼ਵਾਸ ਸੀ ਕਿ ਅਜਿਹਾ ਹੀ ਹੋਵੇਗਾ। ਸੁਨੀਲ ਦੇ ਭਰਾ ਅਮਿਤ ਅਰੋੜਾ ਨੇ ਦੱਸਿਆ ਕਿ ਉਸ ਨੂੰ ਕਿਸੇ ਤੋਂ ਪਤਾ ਲੱਗਿਆ ਕਿ ਉਸ ਦਾ ਭਰਾ ਕਿਸੇ ਬਾਬੇ ਦੇ ਚੱਕਰਾਂ ਦੇ ਵਿੱਚ ਪੈ ਗਿਆ ਹੈ। ਬਹੁਤ ਪੈਸਾ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਬਾਬਾ ਉਸ ਨੂੰ ਲੁੱਟ ਰਿਹਾ ਹੈ ਤੇ ਉਹ ਆਪਣੀ ਮਿਹਨਤ ਦਾ ਪੈਸਾ ਪਾਗਲਾਂ ਦੇ ਵਾਂਗ ਉਸ ਬਾਬੇ ਦੇ ਉੱਪਰ ਉਡਾ ਰਿਹਾ ਹੈ। ਉਸ ਨੂੰ ਕਾਫੀ ਸਮਝਾਇਆ ਗਿਆ, ਪਰ ਉਸ ਬਾਬੇ ਦਾ ਭੂਤ ਸੁਨੀਲ ਦੇ ਸਿਰ ਦੇ ਉੱਤੇ ਨਹੀਂ ਉਤਰਿਆ। ਇਸ ਕਰਕੇ ਉਹ ਭਰਾਵਾਂ ਨੇ ਉਸ ਦਾ ਬਿਜ਼ਨਸ ਹੀ ਅਲੱਗ ਕਰ ਦਿੱਤਾ। ਇਕੱਲਾ ਰਹਿ ਗਿਆ। ਸੁਨੀਲ ਪੈਸੇ ਦਾ ਕਮਾ ਰਿਹਾ ਸੀ, ਪਰ ਕੋਈ ਪਰਿਵਾਰ ਨਹੀਂ ਸੀ ਤੇ ਉਹ ਬਾਬਾ ਉਸ ਦੀ ਮਿਹਨਤ ਦਾ ਪੈਸਾ ਖਾ ਰਿਹਾ ਸੀ ਅਤੇ ਇਕੱਲਾਪਣ ਕਾਰਨ ਉਸ ਦੀ ਮਾਨਸਿਕ ਹਾਲਤ ਵੀ ਹੌਲੀ-ਹੌਲੀ ਖਰਾਬ ਹੋਣੀ ਸ਼ੁਰੂ ਹੋ ਗਈ। ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਸੀ ਕਿ ਉਸ ਬਾਬੇ ਨੇ ਸੁਨੀਲ ਦੇ ਸਿਰ ਦੇ ਵਿੱਚ ਕੁਝ ਪਾ ਦਿੱਤਾ ਹੈ, ਜਿਸ ਕਾਰਨ ਉਸ ਬਾਬੇ ਨੇ ਸੁਨੀਲ ਨੂੰ ਆਪਣੇ ਵਸ ਦੇ ਵਿੱਚ ਕਰ ਲਿਆ। ਪਰ ਅਸਲ ਕਾਰਨ ਨੂੰ ਕੋਈ ਵੀ ਨਹੀਂ ਜਾਣਦਾ ਸੀ। ਪਰ ਹੱਦ ਤਾਂ ਉਸ ਵੇਲੇ ਹੋਵੇਗੀ ਜਦੋਂ ਅੱਜ ਤੋਂ 2 ਮਹੀਨੇ ਪਹਿਲਾਂ ਉਹ ਬਾਬੇ ਨੇ ਜ਼ਿਆਦਾ ਪੈਸੇ ਲੈਣ ਦੀ ਖਾਤਰ ਸੁਨੀਲ ਨੂੰ ਇਹ ਕਹਿ ਦਿੱਤਾ ਕਿ ਤੂੰ 1 ਹਫ਼ਤੇ ਬਾਅਦ ਮਰ ਜਾਣਾ ਹੈ। 1 ਹਫ਼ਤੇ ਬਾਅਦ ਇਸ ਦੁਨੀਆ ਤੋਂ ਤੂੰ ਚਲੇ ਜਾਣਾ ਹੈ। ਮਤਲਬ ਕਿ ਤੇਰਾ 1 ਹਫ਼ਤੇ ਬਾਅਦ ਮੌਤ ਹੋ ਜਾਣੀ ਹੈ। ਅੰਧ ਵਿਸ਼ਵਾਸ ਦੇ ਵਿੱਚ ਅੰਧਾ ਹੋਇਆ ਸੁਨੀਲ ਉਸ ਬਾਬੇ ਦੀਆਂ ਗੱਲਾਂ ਨੂੰ ਸੁਣ ਕੇ ਸੱਚ ਮੰਨ ਬੈਠਾ ਤੇ ਅੰਦਰੋਂ ਅੰਦਰ ਹੀ ਡਰਦਾ ਉਸ ਬਾਬੇ ਨੂੰ ਪੈਸੇ ਦਿੰਦਾ ਰਿਹਾ। ਆਖਿਰ ਉਹ ਆਪਣੇ ਘਰ ਬੈਠਾ ਸੋਚਾਂ ਦੇ ਵਿੱਚ ਡੁੱਬਿਆ ਰਹਿੰਦਾ ਤੇ ਪਾਗਲ ਉਹ ਪਹਿਲਾਂ ਹੀ ਹੋ ਚੁੱਕਿਆ ਸੀ ਤੇ ਇਸ ਗੱਲ ਨੇ ਉਸ ਨੂੰ ਹੋਰ ਵੀ ਹਿਲਾ ਕੇ ਰੱਖ ਦਿੱਤਾ। ਫਿਰ ਜਦੋਂ ਉਹ ਬਾਬੇ ਨੇ ਦੱਸੇ ਮੁਤਾਬਿਕ ਮਰਨ ਤੋਂ 1 ਦਿਨ ਪਹਿਲਾਂ ਦਾ ਸਮਾਂ ਆਇਆ ਤੇ ਉਸਦੇ ਕੋਲ ਬਚਿਆ ਹੋਇਆ ਕਰੋੜਾਂ ਰੁਪਇਆ ਉਸਨੇ ਪਾਗਲਾਂ ਦੇ ਵਾਂਗ ਸੜਕਾਂ ਦੇ ਉੱਤੇ ਖਿਲਾਰ ਦਿੱਤਾ। ਜਿੱਥੇ ਲੋਕ ਇਹਨਾਂ ਪੈਸਿਆਂ ਨੂੰ ਦੇਖ ਕੇ ਪੈਸੇ ਉੱਪਰ ਟੁੱਟ ਪਏ ਤੇ ਸੜਕਾਂ ਦੇ ਉੱਤੇ ਜਾਮ ਲੱਗਿਆ। ਕੁਝ ਕੁ ਸਮੇਂ ਵਿੱਚ ਕਰੋੜਾਂ ਰੁਪਇਆ ਗਾਇਬ ਹੋ ਗਿਆ। ਜਦੋਂ ਅਗਲਾ ਦਿਨ ਆਇਆ ਤਾਂ ਸੁਨੀਲ ਮਰਿਆ ਨਹੀਂ। ਉਸ ਤੋਂ 2 ਦਿਨ ਦੇ ਬਾਅਦ ਵੀ ਸੁਨੀਲ ਦੀ ਮੌਤ ਨਹੀਂ ਹੋਈ। ਜਦੋਂ ਉਸਦੇ ਭਰਾਵਾਂ ਨੂੰ ਪਤਾ ਲੱਗਿਆ ਤਾਂ ਉਸਦੇ ਭਰਾਵਾਂ ਨੇ ਸੁਨੀਲ ਨੂੰ ਸਮਝਾਇਆ ਕਿ ਬਾਬਾ ਅੱਜ ਤੱਕ ਉਸ ਨੂੰ ਲੁੱਟਦਾ ਹੀ ਆ ਰਿਹਾ ਸੀ। ਪਰਿਵਾਰ ਨੇ ਸੁਨੀਲ ਦੇ ਵੱਲ ਬਾਬੇ ਦੇ ਖਿਲਾਫ ਕੇਸ ਕਰ ਦਿੱਤਾ ਕਿ ਉਹ ਸੁਨੀਲ ਨੂੰ ਭਰਮਾ ਕੇ ਉਸਦੇ ਕੋਲੋਂ ਪੈਸੇ ਲੁੱਟ ਰਿਹਾ ਸੀ, ਪਰ ਅਦਾਲਤ ਵੱਲੋਂ ਉਸ ਬਾਬੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ
ਕਿਉਂਕਿ ਪੈਸੇ ਸੁਨੀਲ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਦਿੰਦਾ ਰਿਹਾ। ਬਾਬੇ ਨੇ ਉਸ ਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਤੇ ਨਾ ਹੀ ਬਾਬੇ ਨੂੰ ਪੈਸੇ ਦੇਣ ਦਾ ਕੋਈ ਸਬੂਤ ਸੀ ਤੇ ਨਾ ਹੀ ਕੋਈ ਲਿਖਤੀ ਕਾਰਵਾਈ। ਇਸ ਕਰਕੇ ਉਸ ਨੂੰ ਕਾਨੂੰਨੀ ਕਾਰਵਾਈ ਨਹੀਂ ਹੋਈ ਤੇ ਸੁਨੀਲ ਖਾਲੀ ਹੋ ਕੇ ਆਪਣੇ ਭਰਾਵਾਂ ਦੇ ਨਾਲ ਕੰਮ ਕਰਦਾ ਹੈ। ਪਰ ਉਹ ਕਰੋੜਾਂ ਰੁਪਇਆ ਜੋ ਉਸਨੇ ਸੜਕਾਂ ਦੇ ਉੱਤੇ ਖਿਲਾਰਦਾ ਰਿਹਾ, ਸ਼ਾਇਦ ਕਈ ਜ਼ਿੰਦਗੀਆਂ ਨੂੰ ਸੌਖਾ ਕਰ ਦਿੱਤਾ ਹੋਵੇਗਾ। ਕਿਸੇ ਵੀ ਬਾਬੇ ਦੇ ਚੱਕਰਾਂ ਦੇ ਵਿੱਚ ਨਾ ਪਵੋ, ਆਪਣੀ ਮਿਹਨਤ ਕਰੋ। ਦੇਣ ਵਾਲਾ ਉਹ ਪਰਮਾਤਮਾ ਬੈਠਿਆ ਹੋਇਆ ਹੈ। ਸਭ ਕੁਝ ਉਸ ਪਰਮਾਤਮਾ ਨੇ ਹੀ ਦੇਣਾ ਹੈ। ਇਹਨਾਂ ਬਾਬਿਆਂ ਦੇ ਕਹਿਣ ਨਾਲ ਕੋਈ ਵੀ ਸੱਚ ਜਾਂ ਝੂਠ ਨਹੀਂ ਹੋ ਸਕਦਾ। ਬਾਕੀ ਆਪਣੀ ਤੁਹਾਡੀ ਸਮਝਦਾਰੀ ਹੈ। ਅੱਜ ਹੀ ਸਮਝਦਾਰ ਬਣਨਾ ਹੈ ਜਾਂ ਫਿਰ ਕਰੋੜਾਂ ਰੁਪਇਆ ਗਵਾ ਕੇ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।